Hi everyone, I'm Gagan here. So welcome back to my video. Okay राजे, ਅੱਜ ਆਪਾਂ ਗੱਲ ਕਰਾਂਗੇ ਕਿ ਰਾਈਟਿੰਗ ਟਾਸਕ 1 ਦੇ ਵਿੱਚ ਆਪਾਂ ਕਿੱਦਾਂ ਸੈਂਟੈਂਸਸ ਨੂੰ ਫਾਰਮ ਕਰ ਸਕਦੇ ਹਾਂ, ਕਿੱਦਾਂ ਤੁਸੀਂ ਇੱਕ ਸੈਂਟੈਂਸ ਤੋਂ ਦੂਸਰੇ ਸੈਂਟੈਂਸ ਦੇ ਵਿੱਚ ਸੇਮ ਸੈਂਟੈਂਸ ਨੂੰ ਕਨਵਰਟ ਕਰ ਸਕਦੇ ਹੋ, ਠੀਕ ਹੈ। ਐਂਡ ਵੇਰੀਅਸ ਕਾਈਂਡਸ ਆਫ ਸੈਂਟੈਂਸਸ ਵੀ ਤੁਹਾਨੂੰ ਅੱਗੇ ਦੱਸੂਗੀ ਕਿ ਤੁਸੀਂ ਇੱਕ ਜਦੋਂ ਸੈਂਟੈਂਸ ਸਟਾਰਟ ਕਰਦੇ ਹੋ, ਕੋਈ ਨਿਊ ਆਈਟਮ ਬਾਰੇ ਦੱਸਣਾ ਸਟਾਰਟ ਕਰਦੇ ਹੋ ਤਾਂ ਉਹ ਸੈਂਟੈਂਸਸ ਆਪਾਂ ਕਿੱਦਾਂ ਲਿਖਣੇ ਆ, ਇੱਕ ਸਿੰਪਲ ਸੈਂਟੈਂਸ ਨੂੰ ਦੂਸਰੇ ਸੈਂਟੈਂਸਸ ਵਿੱਚ ਕਿੱਦਾਂ ਕਨਵਰਟ ਕਰਨਾ। ਓਕੇ, ਸੋ ਲੈਟਸ ਗੋ ਟੂ ਦ ਸਕਰੀਨ। टास्क 1 ਦੇ ਵਿੱਚ ਆਪਾਂ ਇਹਨਾਂ ਦੋਨਾਂ ਮੈਥਡਸ ਦੇ ਨਾਲ ਆਪਾਂ ਸੈਂਟੈਂਸ ਫਾਰਮੇਸ਼ਨ ਈਜ਼ੀਲੀ ਬਣਾ ਸਕਦੇ ਹਾਂ। ਜਿੱਦਾਂ ਕਿ ਫਸਟ ਮੈਥਡ ਆਪਣੇ ਕੋਲ ਕੀ ਆ, ਸਬਜੈਕਟ ਪਲਸ ਵਰਬ ਪਲਸ ਐਡਵਰਬ। ਓਕੇ, ਐਡਵਰਬ ਕੀ ਹੁੰਦਾ, ਜਿਹੜਾ ਕਿ ਵਰਬ ਦੀ ਵਿਸ਼ੇਸ਼ਤਾ ਦੱਸਦਾ। ਵਰਬ ਜਿੱਦਾਂ ਕਿ ਇਨਕਰੀਜ਼, ਡਿਕਰੀਜ਼, ਠੀਕ ਹੈ, ਉਹ ਐਡਵਰਬ ਹੁੰਦਾ ਕਿ ਉਹ ਜਿਹੜੀ ਚੀਜ਼ ਆ ਇਨਕਰੀਜ਼ ਹੋ ਰਹੀ ਹੈ ਉਹ ਕਿੰਨੀ ਤੇਜ਼ੀ ਦੇ ਨਾਲ ਇਨਕਰੀਜ਼ ਹੋ ਰਹੀ ਹੈ, ਜਾਂ ਡਿਕਰੀਜ਼ ਹੋ ਰਹੀ ਹੈ ਉਹ ਕਿੰਨੀ ਤੇਜ਼ੀ ਨਾਲ ਜਾਂ ਕਿੰਨੀ ਹੌਲੀ ਡਿਕਰੀਜ਼ ਹੋ ਰਹੀ ਹੈ, ਠੀਕ ਹੈ। ਸੋ ਨੈਕਸਟ ਮੈਥਡ ਹੁੰਦਾ ਰਾਜਾ ਆਪਣੇ ਕੋਲੇ there be a then adjective then noun and then subject। ਹੁਣ be ਦੇ ਅੰਡਰ ਰਾਜੇ ਇੱਥੇ ਆਪਣੇ ਕੋਲ ਦੋ ਚੀਜ਼ਾਂ ਆਉਂਦੀਆਂ ਨੇ, ਇੱਕ ਆਉਂਦਾ ਰਾਜੇ is, ਠੀਕ ਹੈ, ਇੱਕ ਆਉਂਦਾ ਆਪਣੇ ਕੋਲੇ was। ਓਕੇ, ਸੋ is ਆਪਾਂ ਉਦੋਂ ਯੂਜ਼ ਕਰਦੇ ਜਦੋਂ ਆਪਾਂ ਪ੍ਰੈਜੈਂਟ ਟਾਈਮ ਦੇ ਵਿੱਚ ਆਪਣੇ ਕੋਲ ਜਿਹੜਾ ਗ੍ਰਾਫ ਦਾ ਡਾਟਾ ਪ੍ਰੈਜੈਂਟ ਟਾਈਮ ਦੇ ਵਿੱਚ ਦਿੱਤਾ ਗਿਆ ਉਦੋਂ ਆਪਾਂ is ਯੂਜ਼ ਕਰਾਂਗੇ। ਐਂਡ ਜਦੋਂ ਆਪਣੇ ਕੋਲ ਗ੍ਰਾਫ ਦਾ ਡਾਟਾ ਪਾਸਟ ਟਾਈਮ ਦੇ ਵਿੱਚ ਹੈ ਤਾਂ ਉਸ ਟਾਈਮ ਆਪਾਂ was ਯੂਜ਼ ਕਰਾਂਗੇ। ਫॉर एग्जांपल there was a dramatic increase or there is a dramatic decrease। got it? is and was ਆਪਾਂ ਉਦੋਂ ਯੂਜ਼ ਕਰਦੇ। ਸੋ ਆਪਣੇ ਕੋਲ ਇਹ ਦੋ ਮੈਥਡਸ ਨੇ ਜਿਨ੍ਹਾਂ ਨਾਲ ਕਿ ਆਪਾਂ ਈਜ਼ੀਲੀ ਟਾਸਕ 1 ਦੇ ਵਿੱਚ ਸੈਂਟੈਂਸਸ ਨੂੰ ਬਣਾ ਸਕਦੇ। ਓਕੇ ਸਟੂਡੈਂਟਸ, ਹੁਣ ਆਪਾਂ ਗੱਲ ਕਰਾਂਗੇ ਕਿ ਵਰਬ, ਐਡਵਰਬ, ਐਡਜੈਕਟਿਵ ਐਂਡ ਨਾਊਨ ਇਹ ਕੀ ਹੁੰਦੇ ਨੇ, ਠੀਕ ਹੈ। ਵਰਬਸ ਜਿਵੇਂ ਤੁਹਾਨੂੰ ਪਤਾ ਹੀ ਹੈ, ਠੀਕ ਹੈ, ਇਨਕਰੀਜ਼, ਵੈਂਟ ਅਪ, ਕਲਿੰਬਡ, ਰੋਜ਼, ਡਿਕਰੀਜ਼, ਡਿਕਲਾਈਨਡ, ਡਰੋਪ, ਇਹ ਸਾਰੀਆਂ ਕੀ ਨੇ, ਵਰਬ ਦੀਆਂ ਫਾਰਮਸ ਨੇ। ਐਂਡ ਐਡਵਰਬ ਕੀ ਚੀਜ਼ ਹੁੰਦੀ ਹੈ ਜਿਹੜੀ ਕਿ ਉਸਦੀ ਵਿਸ਼ੇਸ਼ਤਾ ਦੱਸਦੀ ਹੈ, ਠੀਕ ਹੈ, ਕਿ ਉਹ ਸ਼ਾਰਪਲੀ ਜਾ ਰਹੀ ਹੈ, ਮੋਡਰੇਟਲੀ ਜਾ ਰਹੀ ਹੈ ਜਾਂ ਸਲਾਈਟਲੀ ਜਾ ਰਹੀ ਹੈ। ਕੋਈ ਚੀਜ਼ ਇਨਕਰੀਜ਼ ਹੋ ਰਹੀ ਹੈ ਉਹ ਕਿੱਦਾਂ, ਕਿਸ ਵੇ ਦੇ ਵਿੱਚ ਇਨਕਰੀਜ਼ ਹੋ ਰਹੀ ਹੈ, ਜਾਂ ਡਿਕਰੀਜ਼ ਹੋ ਰਹੀ ਹੈ ਉਹ ਕਿਸ ਵੇ ਦੇ ਵਿੱਚ ਡਿਕਰੀਜ਼ ਹੋ ਰਹੀ ਹੈ, ਠੀਕ ਹੈ, ਹੌਲੀ ਹੋ ਰਹੀ ਹੈ ਜਾਂ ਤੇਜ਼ੀ ਹੋ ਰਹੀ ਹੈ। ਇੱਕ ਗੱਲ ਧਿਆਨ ਰੱਖਿਓ, ਐਡਵਰਬ ਦੇ ਵਿੱਚ ਹਮੇਸ਼ਾ ਪਿੱਛੇ ly ਯੂਜ਼ ਹੁੰਦਾ। ਓਕੇ, ਜਿੱਦਾਂ ਕਿ ਡਰਾਮੈਟਿਕਲੀ, ਸ਼ਾਰਪਲੀ, ਰੈਪਿਡਲੀ, ਸਡਨਲੀ, ਮੋਡਰੇਟਲੀ, ਗ੍ਰੈਜੂਅਲੀ, ਸਟੇਟਲੀ, ਠੀਕ ਹੈ, ਇਹਨਾਂ ਪਿੱਛੇ ਹਮੇਸ਼ਾ ਆਪਾਂ ly ਯੂਜ਼ ਕਰਦੇ ਹਾਂ। ਐਂਡ ਹਮੇਸ਼ਾ ਵਰਬ ਦੇ ਨਾਲ ਐਡਵਰਬ ਹੀ ਯੂਜ਼ ਹੁੰਦਾ, ਐਡਜੈਕਟਿਵ ਨਹੀਂ ਯੂਜ਼ ਹੁੰਦਾ। ਗॉट ਇਟ? ਓਕੇ, ਨਾਓ ਲੈਟਸ ਸੀ ਐਡਜੈਕਟਿਵ ਐਂਡ ਨਾਊਨ। ਹੁਣ ਜਿਹੜਾ ਐਡਵਰਬ ਹੁੰਦਾ ਰਾਜੇ ਉਹ ਇੱਥੇ ਕੀ ਹੁੰਦਾ, ਐਜ਼ ਆ ਐਡਜੈਕਟਿਵ ਐਂਡ ਵਰਬ ਐਜ਼ ਆ ਨਾਊਨ। ਓਕੇ, ਡਰਾਮੈਟਿਕਲੀ ਨੂੰ ਆਪਾਂ ਇੱਥੇ ਕੀ ਲਿਖਣਾ, ਡਰਾਮੈਟਿਕ, ਸ਼ਾਰਪਲੀ ਨੂੰ ਸ਼ਾਰਪ, ਰੈਪਿਡਲੀ ਰੈਪਿਡ, ਸਡਨਲੀ ਸਡਨ, ਇਹ ਕੀ ਨੇ, ਐਡਜੈਕਟਿਵ। ਨਾਊਨ, ਹੁਣ ਵਰਬ ਉੱਥੇ ਕੀ ਸੀ ਆਪਣੀ ਇਨਕਰੀਜ਼ਡ, ਡਿਕਰੀਜ਼ਡ, ਠੀਕ ਹੈ, ਬਟ ਇੱਥੇ ਨਾਊਨ ਇੱਥੇ ਕੀ ਯੂਜ਼ ਹੋਊਗਾ, ਇਨਕਰੀਜ਼, ਕਲਿੰਬ, ਰਾਈਜ਼। ਜਿੱਦਾਂ ਕਿ ਇੱਥੇ ਕਲਿੰਬਡ ਸੀਗਾ, ਰੋਜ਼ ਸੀਗਾ, ਐਂਡ ਇੱਥੇ ਕੀ ਯੂਜ਼ ਹੋਊਗਾ, ਕਲਿੰਬ ਔਰ ਰਾਈਜ਼। ਗॉट ਇਟ? ਐਂਡ ਉਹਦੇ ਰਾਜੇ ਮੋਡਰੇਟਲੀ ਤੋਂ ਮੋਡਰੇਟ, ਗ੍ਰੈਜੂਅਲ, ਸਟੱਡੀ, ਡਿਕਰੀਜ਼, ਡਿਕਲਾਈਨ, ਡਰੋਪ, ਫੈਲ, ਇਹ ਸਾਰੇ ਕੀ ਨੇ, ਨਾਊਨ। ਕਲੀਅਰ? ਦੈਨ ਹੁਣ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਵਰਬ, ਐਡਵਰਬ, ਐਡਜੈਕਟਿਵ, ਨਾਊਨ ਇਹ ਸਾਰੀਆਂ ਚੀਜ਼ਾਂ ਕੀ। ਓਕੇ ਸਟੂਡੈਂਟਸ, ਹੁਣ ਆਪਾਂ ਗੱਲ ਕਰਾਂਗੇ ਕਿ ਇਹ ਦੋ ਮੈਥਡਸ ਦੇ ਨਾਲ ਆਪਾਂ ਸੈਂਟੈਂਸਸ ਕਿੱਦਾਂ ਬਣਾ ਸਕਦੇ ਹਾਂ। ਜਿੱਦਾਂ ਕਿ ਆਪਣੇ ਕੋਲ ਰਾਜੇ ਫਸਟ ਮੈਥਡ ਸੀਗਾ ਸਬਜੈਕਟ ਪਲਸ ਵਰਬ ਪਲਸ ਐਡਵਰਬ। ਹੁਣ ਵਿੱਚ ਸਬਜੈਕਟ ਕੀ ਹੈ, ਸੇਲਸ ਆਫ ਸਮਥਿੰਗ, ਔਰ ਜੇ ਆਪਾਂ ਕਹਿ ਸਕਦੇ ਹਾਂ ਪਰਸੈਂਟੇਜ ਆਫ ਸਮਥਿੰਗ ਜਾਂ ਨੰਬਰ ਆਫ ਸਮਥਿੰਗ, ਠੀਕ ਹੈ। ਵਰਬ ਕੀ ਆਪਣੇ ਕੋਲੇ ਇਨਕਰੀਜ਼ਡ, ਓਕੇ, ਐਂਡ ਐਡਵਰਬ ਕੀ ਆਪਣੇ ਕੋਲੇ ਸ਼ਾਰਪਲੀ ਇਨ ਦਿਸ, ਠੀਕ ਹੈ। ਇਹ ਹੋ ਗਿਆ ਆਪਣੇ ਕੋਲ ਸੈਂਟੈਂਸ ਦੀ ਫਾਰਮ ਦੇ ਵਿੱਚ। ਸੇਮ ਆਪਣੇ ਕੋਲ ਨੈਕਸਟ ਟਾਈਪ ਆ ਰਾਜੇ ਦੇਅਰ ਬੀ ਅ, ਦੈਨ ਐਡਜੈਕਟਿਵ, ਦੈਨ ਨਾਊਨ ਐਂਡ ਦੈਨ ਸਬਜੈਕਟ। ਹੁਣ ਬੀ ਦੇ ਅੰਡਰ ਮੈਂ ਤੁਹਾਨੂੰ ਦੋ ਚੀਜ਼ਾਂ ਕਹੀਆਂ ਸੀ, ਇੱਕ ਇਜ਼ ਐਂਡ ਇੱਕ ਵਾਸ। ਓਕੇ, ਹੁਣ ਇਹਦੇ ਵਿੱਚ ਦੇਖੋ ਦੇਅਰ ਵਾਸ ਅ ਸ਼ਾਰਪ ਇਨਕਰੀਜ਼ ਇਨ ਦ ਸੇਲਸ ਆਫ ਦਿਸ। ਸ਼ਾਰਪ ਕੀ ਆਪਣੇ ਕੋਲੇ ਐਡਜੈਕਟਿਵ ਐਂਡ ਇਨਕਰੀਜ਼ ਕੀ ਆਪਣੇ ਕੋਲੇ ਨਾਊਨ, ਐਂਡ ਦ ਸੇਲਸ ਆਫ ਸਮਥਿੰਗ ਇਹ ਕੀ ਆਪਣੇ ਕੋਲੇ ਸਬਜੈਕਟ। ਸੋ ਤੁਸੀਂ ਈਜ਼ੀਲੀ ਆਹ ਵਾਲੇ ਸੈਂਟੈਂਸ ਨੂੰ ਇਹ ਵਾਲੇ ਸੈਂਟੈਂਸ ਦੇ ਵਿੱਚ ਮੋਲਡ ਕਰ ਸਕਦੇ ਹੋ, ਠੀਕ ਹੈ। ਜਿਵੇਂ ਕਿ ਦ ਸੇਲਸ ਆਫ ਸਮਥਿੰਗ ਇਨਕਰੀਜ਼ਡ ਸ਼ਾਰਪਲੀ ਇਨ ਦਿਸ, ਇਹਦੇ ਵਿੱਚ ਆਪਣੇ ਕੋਲ ਦੇਅਰ ਵਾਸ ਅ ਸ਼ਾਰਪ ਇਨਕਰੀਜ਼ ਇਨ ਸੇਲਸ ਆਫ ਸਮਥਿੰਗ, ਠੀਕ ਹੈ। ਹੁਣ ਦੇਖੋ ਇਨਕਰੀਜ਼ਡ ਵਰਬ ਨੂੰ ਆਪਾਂ ਕੀ ਬਣਾਤਾ ਇੱਥੇ, ਨਾਊਨ, ਐਂਡ ਐਡਵਰਬ ਨੂੰ ਇੱਥੇ ਕੀ ਬਣਾਤਾ ਆਪਾਂ, ਐਡਜੈਕਟਿਵ, ਐਂਡ ਜੋ ਸਾਰਾ ਸਬਜੈਕਟ ਸੀ ਉਹ ਆਪਾਂ ਕਿੱਥੇ ਲੈ ਗਏ, ਸਾਰਾ ਪਿੱਛੇ ਦ ਸੇਲਸ ਆਫ ਸਮਥਿੰਗ ਜਿਸ ਚੀਜ਼ ਬਾਰੇ ਵੀ ਹੈਗਾ। ਗॉट इट? बस अगे आप लाया देयर वॉज आ, क्योंकि सम ऑफ द स्टूडेंट्स की करते हैं हमेशा एक ही चीज़ नू
एक ही सेंटेंस नूं वार वार उही रिपीट करते हैं। सो उस दे विच वेरीएशनस नहीं आउंदे। सो वेरीएशनस लियाउण वास्ते तुसीं एक तरह के सिंपल सेंटेंस नूं दूसरे तरह के सेंटेंस दे विच ईजीली मोल्ड ऑन कर सकते हो। ओके राजे, हुण आपां गल करांगे कि आपां फस्ट मैथड दे नाल आपां किद्दां सेंटेंसिस नूं बना सकते हैं। जिवें कि अपना फस्ट मैथड सी राजे सबजैक्ट प्लस वर्ब प्लस एडवर्ब। ठीक है, हाँ देखो द फर्स्ट सेंटेंस इज द परसेंटेज ऑफ सेल्स ऑफ एप्पल इंक्रीज्ड शार्पली इन 2005। हम परसेंटेज है, ठीक है, सेल्स ऑफ एप्पल दी शार्पली इंक्रीज्ड हुई है, कितों तक हुई है 2005 तक। ठीक है, सो हम ये अपने को सब्जेक्ट की है राजे द परसेंटेज ऑफ सेल्स ऑफ एप्पल, राइट, ये अपने को की है सब्जेक्ट। एंड वर्ब की अपने को इंक्रीज्ड एंड एडवर्ब की अपने को शार्पली, क्यों शार्पली जा रही है तो पिछे एल वाई आप यूज़ किया कि वगैरह जी अपने को एडवर्ब। सो इन 2005 गॉट इट। सो मूव टू द नेक्स्ट एग्जाम्पल। सेल्स ऑफ एप्पल इंक्रीज्ड सिग्निफिकेंटली फ्रॉम 10% ऑफ 2001 टू 50% इन 2005। हम देखो राजे वो कहते हैं कि सेल्स ऑफ एप्पल जी इंक्रीज हुई है कितों 10%, तो इतने अपने को कितना राजे 10% ऑफ 2001 राइट टू 50%। हम इतने अपने को कितना राजे ये सारा 50%। ठीक है, 50% तक इंक्रीज हुई है किहड़े ईयर तक 2005 तक। ठीक है, सो इसे सेंटेंस में आप होर किद्दां बना सकते हैं। सेल्स ऑफ एप्पल इंक्रीज्ड ड्रामेटिकली बाय 40%। हम बाय आप उदों यूज़ करते हैं जो आप डिफरेंस दसते हैं। हम देखो 10 to 50 तक का कितना डिफरेंस है राजे अपने को 40%। सो ड्रामेटिकली बाय 40% फ्रॉम इनिशियल ईयर टू लास्ट ईयर। हम देखो राजे अपने को इनिशियल ईयर केड़ा 2001, ठीक है, टू लास्ट ईयर एंड लास्ट ईयर अपने को केड़ा राजे 2005। ठीक है, सो इदा राजे तुसी एक ही सेंटेंस नूं अलग अलग सेंटेंसिस दे विच बना सकते हो। ठीक है, क्योंकि स्टूडेंट्स की करते हैं सेम सेंटेंसिस ही बनाते हैं हरेक बारी। सो ट्राई करा करो उन्होंने अलग अलग वेरीएशनस देने की। अगर तुसी अलग अलग वेरीएशनस के नाल सेंटेंसिस बनाओगे तो डेफिनेटली इन राइटिंग टास्क 1 दे विच तुसी ईजीली 3 बैंड स्कोर्स गेट कर सकोगे। बिकॉज तुहानूं भी पता कि अपना राइटिंग टास्क 1 3 बैंड स्कोर्स आउंदा, राइट। So you can get easily 3 band scores in your writing task 1. ओके राजी, हुण आपां देखांगे कि सैकेंड टाइप ऑफ मैथड दे नाल आपां किद्दां सेंटेंसिस बना सकते हैं। जिद्दां कि राजी अपना सैकेंड मैथड सीगा देयर बी अ प्लस ऑब्जेक्टिव प्लस नाउन प्लस सब्जेक्ट। ठीक है, सेम उद्दां ही राजी फर्स्ट की तरह जिद्दां कि देयर वॉज अ शार्प इंक्रीज इन सेल्स ऑफ एप्पल इन 2005। सेम शार्प इंक्रीज है, ठीक है, केड़े ईयर तक है 2005 तक। ठीक है, द नेक्स्ट वन देयर वॉज अ सिग्निफिकेंट इंक्रीज फ्रॉम 10% ऑफ 2001 टू 50% इन 2005। ठीक है, 10% तो 50% तक। द नेक्स्ट वन दैट इज देयर वॉज अ ड्रामेटिक इंक्रीज ऑफ 40% फ्रॉम इनिशियल ईयर टू लास्ट ईयर। सेम चीज़ है बट ये जस्ट एक ही डिफरेंस आ, आप इतने अगे की लाया देयर वॉज गॉट इट। बट इतने आप शार्प इंक्रीज है या सिग्निफिकेंट इंक्रीज है या फिर ड्रामेटिक इंक्रीज है, ये सारे की ने एडजेक्टिव प्लस नाउन। गॉट इट। सो सेम सेंटेंसिस नूं तुसीं सैकेंड टाइप ऑफ सेंटेंसिस दे विच ईजीली कन्वर्ट कर सकते हो। ओके राजे, हुण आपां गल करांगे कि तुसीं राइटिंग टास्क 1 दे विच जदों तुसीं किसी नवीं आइटम बारे दसना स्टार्ट करदे हो तो उह सेंटेंसिस नूं तुसीं किद्दां बना सकदे हो। ठीक है, कुछ स्टूडेंट्स को प्रॉब्लम होंदी है कि मिडल तो सारे सेंटेंसिस बना लेंदे ने बट स्टार्टिंग तो उन्होंने तो सेंटेंसिस नहीं पता लगता कि असीं स्टार्ट किद्दां करिए, है ना। सो तुसीं किद्दां स्टार्ट कर सकते हो। द फर्स्ट एग्जाम्पल इज ऑब्जर्विंग एट 10% in 2001 the sales of Apple increased by 20% in the next year and value reached at 30%. 10%, like here is a 10% in 2001, right, and the sales of Apple increased by 20%. This is the difference. ठीक है, हम देखो वो कितने पहुंचे रहे थे लास्ट इतने कितना अपने को 30%, राइट। सो सेंटर जो डिफरेंस है वो अपने को इतने कितना रहा 20%। ठीक है, सो इन द नेक्स्ट ईयर दैट इज 2002 एंड वैल्यू रीच्ड एट 30%. गॉट इट। ओके, द नेक्स्ट एग्जांपल the sales of Apple was observed or noticed at 10% in the initial time of period. initial time of period केड़ा राजे 2001
and it increased by 20% in 2002. 20% this is a difference, ठीक है। हुण इत्थे 30% ते पहुंची सी, तां आपां इत्थे की लिख सकदे हां, with the difference of 20% it increased by 20% in 2002. The next example is the sales of Apple accounted for started at 10% in 2001 and this figure reached at 30% after an increase of 20% in 2002, ठीक है। और कहते कि 2001 ਦੇ ਵਿੱਚ ਕਿੰਨੀ ਵੈਲਿਊ ਸੀ ਆਪਣੇ ਕੋਲੇ 10% and this figure reached at 30% ਤੇ ਪਹੁੰਚ ਗਈ, ਠੀਕ ਹੈ। after an increase of ਕਿੰਨੇ ਦਾ increase ਹੋ ਕੇ this is increase of ਕਿੰਨੇ ਦਾ ਰਾਜੇ 20% ਦਾ, ਕਿਹੜੀ ਈਅਰ ਦੇ ਵਿੱਚ in 2002 ਦੇ ਵਿੱਚ। got it? okay ओके राजे, हुण आपां देखांगे कि आपां सिंपल सेंटेंसिस नूं अलग-अलग तरीकों दे नाल किवें लिख सकदे हां। सो देख राजे, फर्स्ट है यूके स्पेंट 17% ऑफ मनी ऑन फूड इन 2004 कि यूके स्पेंड करदा, किन्नी स्पेंड करदा 17% ऑफ मनी कादे ते फूड ते, किहड़ी ईयर दे विच 2004 दे विच, ठीक है। नैक्सट इस नूं आपां होर किवें लिख सकदे हां, यूके हैड एक्सपेंडेड 17% ऑफ मनी ऑन फूड इन 2004. The next one, 17% of money spent by UK on food in 2004. Next one, spending on food was 17% in UK. हाँ देखो, जिहड़ा आपां फर्स्ट सेंटेंस बनाया राजे, ये किहड़ा सिंपल पास्ट, ओके। द सेकंड वन दैट इज द पास्ट परफेक्ट एंड द नेक्स्ट वन दैट इज द पैसिव फॉर्म ऑफ पास्ट एंड नैक्सट वन किहड़ा राजे अपने कोले जेरेंट सेंटेंस। सो इस तरीके नाल तुसीं एक सिंपल सेंटेंस नूं वेरीअस काइंड्स ऑफ फॉर्मेशन दे विच चेंज करके ईजीली वधिया बैंड स्कोर्स गैट कर सकते हो राइटिंग दे विच। ओके स्टूडेंट्स, दिस इज द प्रैक्टिस एग्जाम्पल फॉर यू। द फर्स्ट मैथड दैट इज सब्जेक्ट, वर्ब एंड एडवर्ब। For example, from 1999 to 2005 the temperature fluctuated slightly. So आप सेकेंड टाइप ऑफ सेंटेंस किद्दां कन्वर्ट करना, ठीक है। फ्रॉम 1999 to 2005 देयर वॉज अ डैश द टेम्परेचर, ठीक है। सो प्लीज़ काइंडली कमेंट मी इन द कमेंट बॉक्स योर आंसर्स, आफ्टर दैट आई विल चेक। होप तुहानूं सारे सेंटेंसिस चंगी तरह समझ लगे होणगे। अगर किसी भी स्टूडेंट नूं किसी भी तरह की कोई भी प्रॉब्लम है सारे सेंटेंसिस दे विच, तुसीं मैनूं कमेंट बॉक्स विच मैसेज कर सकते हो, आई विल रिप्लाई दैट। एंड अगर किसी स्टूडेंट नूं राइटिंग दे रिलेटेड कोई भी प्रॉब्लम है, सो काइंडली कंटैक्ट मी ऑन माई नंबर। आई हैव रिटन माई नंबर इन द डिस्क्रिप्शन बॉक्स। सो थैंक you so much and kindly subscribe our channel for the next videos, and if you like this video, kindly like this video and share this video with your friends. Thank you.